साहिब जियो एक ओंकार सतगुर प्रसाद श्री नानक पाद पंकज बंदन पाद पंकज बंदन सिमरौ अंगद दूरी कंदन गुर अमरदास हृदय नित ध्यान श्री गुरु रामदास गुण गाऊं। गुर अर्जन विघ्नन के नाशक विघ्नन के नाशक श्री हर गोविंद शुभ सुमत प्रकाश श्री हर राय नमो कार जोरी नमो कार जोरी श्री हर कृष्ण मनाओ गुर तेग बहादुर परम कृपाला जी परम कृपाला श्री गुरु गोविंद सिंह विशाला तरु तारा तार पुन पुन सी पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु साहिब खुद बंदों कार्य अनुराग एक ओंकारा सतगुरु ते प्रसाद सच होए। वाहिगुरु जी की फतेह है। विघ्न विनाश होए। वाहिगुरु जी की फतेह है। विघ्न विनाशन सोए। वाहिगुरु जी सुनता सुनता कर जुग जोरे हजरत जी तुम देव चढ़ाए पहुँचन तुरत गीत गाई लो लला बेग सो लगी रजाए। वाहिगुरु जी का खालसा वाहिगुरु जी की फतेह। पतित पावन भगत वशल 10 गुरु साहिबान दे आत्मिक स्वरूप कलयुगी जीवन नूं तारनहारे सतगुरु धन धन साहिब श्री गुरु ग्रंथ साहिब जी तिन्हां दी पवित्र हजूरी अंदर हर रोज़ की मर्यादा के अनुसार
ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਸਭ ਤੋਂ ਪਹਿਲਾਂ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਬੇਅੰਤ ਸੰਗਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਵਿਖੇ ਹਾਜ਼ਰੀ ਭਰ ਰਹੀ ਹੈ। ਗਰੀਬ ਨਿਵਾਜ ਸਭਨਾਂ ਦੀ ਹਾਜ਼ਰੀ, ਸੇਵਾ, ਅਰਦਾਸ ਸੰਪੂਰਨ ਕਰਨ। ਆਓ ਲੜੀਵਾਰ ਜੋ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ, ਉਹਦੇ ਵਿੱਚ ਪਿਛਲੇ ਦੀਵਾਨਾਂ ਦੇ ਵਿੱਚ ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਤੀਸਰਾ ਜਿਹੜਾ ਜੰਗ ਹੈ, ਜੋ ਮਾਲਵੇ ਦੀ ਧਰਤੀ ਤੇ ਮਹਾਰਾਜ ਗੁਰੂਸਰ ਵਿਖੇ ਲੜਿਆ ਗਿਆ ਹੈ, ਉਹਦੇ ਵਿੱਚ ਜਦੋਂ ਸਤਿਗੁਰਾਂ ਦੀ ਜਿੱਤ ਹੋ ਚੁੱਕੀ ਹੈ, ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਨੇ 4000 ਦੀ ਫੌਜ ਲੈ ਕਰਕੇ 35000 ਦਲ ਦਾ ਮੁਕਾਬਲਾ ਕੀਤਾ ਹੈ, ਜਿਹੜੀ ਸ਼ਾਹਜਹਾਨ ਦੇ ਵੱਲੋਂ ਫੌਜ ਭੇਜੀ ਗਈ ਸੀਗੀ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦੇ ਮੈਦਾਨ ਦੇ ਵਿੱਚ ਖੁਦ ਵੀ ਲੜੇ, ਜ਼ੋਰ ਦਿਖਾਏ, ਸਾਹਮਣੇ ਆਏ। ਬੇਅੰਤ ਗੁਰੂ ਕੇ ਲਾਲ ਜਿਨ੍ਹਾਂ ਨੇ ਬਹਾਦਰੀ ਦੇ ਨਾਲ ਜੰਗ ਲੜਿਆ ਹੈ, ਜਿਹਦੇ ਕਰਕੇ ਹੁਣ ਜਿੱਤ ਜਿਹੜੀ ਹੈ ਉਹ ਪ੍ਰਾਪਤ ਹੋ ਚੁੱਕੀ ਹੈ। ਤੇ ਕੁਛ ਕੁ ਜਿਹੜੇ ਸਿਪਾਹੀ ਜਿਨ੍ਹਾਂ ਜਾਂ ਤਾਂ ਦੌੜ ਗਏ ਤੇ ਜਾਂ ਫਿਰ ਉਹਨਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ, ਆਪਣਾ ਆਪ ਜਿਹੜਾ ਹੈ ਉਹ ਸਮਰਪਿਤ ਕਰ ਦਿੱਤਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ ਦਿੱਤਾ ਹੈ। ਬੇਅੰਤ ਸੰਗਤਾਂ ਦੂਰ ਨੇੜਤਾ ਸੀਗੀ ਕਿ ਸਤਿਗੁਰਾਂ ਦੀ ਫੌਜ ਥੋੜ੍ਹੀ ਹੈ, ਬਹੁਤ ਵੱਡੀ ਹਾਣ ਦੀ ਫੌਜ ਸਤਿਗੁਰਾਂ ਦੇ ਉੱਪਰ ਹੱਲਾ ਕਰਨ ਵਾਸਤੇ ਆ ਗਈ ਹੈ। ਵਿੱਚ ਇਹ ਬਹੁਤ ਵੱਡੀ ਇੱਕ ਚਿੰਤਾ ਸੀਗੀ, ਪਰ ਜਦੋਂ ਪਤਾ ਲੱਗਾ ਕਿ ਸਤਿਗੁਰਾਂ ਦੀ ਜਿੱਤ ਹੋ ਗਈ ਹੈ ਤੇ ਆਮ ਸਧਾਰਨ ਜਿਹੜੇ ਸਿੱਖ ਸਨ ਹਰਗੋਬਿੰਦ ਸਾਹਿਬ ਜੀ ਨੂੰ ਜਾ ਕਰਕੇ ਦੇਖਦੇ ਹਨ, ਸਤਿਗੁਰਾਂ ਦੇ ਯੋਧਿਆਂ ਨੂੰ 9/9 ਦੇਖਦੇ ਹਨ ਤੇ ਖੁਸ਼ ਹੁੰਦੇ ਹਨ। ਮਲਮ ਪੱਟੀ ਕਰਕੇ ਜਿਹੜੇ ਸਿੱਖਾਂ ਦੇ ਸਰੀਰ ਜਾਂ ਬਾਬਾ ਬਿਧੀ ਚੰਦ ਜੀ ਵਰਗੇ, ਰਾਏ ਜੋਧ ਸ਼ਾਹ, ਸਲੀਮ ਸ਼ਾਹ ਔਰ ਇਸੇ ਤਰ੍ਹਾਂ ਗੁਰੂ ਕਾ ਸਿੱਖ ਜਾਤੀ ਮਲਕ ਤੇ ਬੇਅੰਤ ਜਿਹੜੇ ਹੋਰ ਸਨ ਸਤਿਗੁਰਾਂ ਦੇ ਯੋਧੇ ਸੈਨਾਪਤੀ, ਭਾਵੇਂ ਵੱਡੀ ਰੂਪ ਦੇ ਵਿੱਚ ਜ਼ਖਮੀ ਹੋਏ ਹਨ। ਕੁਝ ਦਿਨ ਮਲਮ ਪੱਟੀ ਤੋਂ ਬਾਅਦ ਇਹਨਾਂ ਦੇ ਸਰੀਰ ਵੀ ਜਿਹੜੇ ਹਨ ਉਹ ਪਹਿਲਾਂ, ਇੱਧਰ ਜਿਹੜਾ ਹਸਨ ਖਾਂ ਦੂਤ ਸੀਗਾ ਜਿਹਨੇ ਪਹਿਲਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਪਨਾਹ ਲੈ ਲਈ ਸੀਗੀ, ਪਾਤਸ਼ਾਹ ਜੀ ਨੇ ਇਹਨੂੰ ਬਖਸ਼ਿਆ ਹੈ ਤੇ ਨਾਲ ਇਹਨੂੰ ਘੋੜੇ ਵੀ ਦਿੱਤੇ ਆ। 100 ਕੋ ਘੋੜਾ ਤੇ ਜਵਾਨ ਲੈ ਕਰਕੇ ਬਚੇ ਹੋਏ ਜਿਹੜੇ ਸਨ, ਇਹ ਖਬਰ ਦੇਣ ਵਾਸਤੇ ਉੱਥੋਂ ਚੱਲਿਆ ਹੈ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਤੇ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਕਹਿਣ ਲੱਗੇ, ਇਹ ਹਸਨ ਖਾਂ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਤੂੰ ਆਇਆ ਹੈ, ਪਨਾਹ ਲਈ ਹੈ ਤੇ ਗੁਰੂ ਘਰ ਦੇ ਵਿੱਚੋਂ ਤੈਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ। ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੂੰ ਕਾਬਲ ਦਾ ਜਿਹੜਾ ਸੂਬੇਦਾਰ ਬਣੇਗਾ। ਪਹਿਲਾਂ ਕਾਬਲ ਦਾ ਸੂਬੇਦਾਰ ਲੱਲਾ ਬੇਗ ਸੀਗਾ, ਜਿਹੜਾ ਵੱਡੀ ਫੌਜ ਲੈ ਕਰਕੇ ਆਇਆ ਹੈ। ਆਪਣੇ ਪੁੱਤਰਾਂ ਦੇ ਸਮੇਤ ਜੰਗ ਦੇ ਮੈਦਾਨ ਦੇ ਵਿੱਚ ਇਹ ਮਾਰਿਆ ਗਿਆ ਹੈ। ਹੁਣ 100 ਕੁ ਜਵਾਨ ਘੋੜਸਵਾਰ ਲੈ ਕਰਕੇ ਦੂਤ ਹਸਨ ਖਾਂ ਬਾਦਸ਼ਾਹ ਨੂੰ ਖਬਰ ਦੇਣ ਵਾਸਤੇ ਚੱਲਿਆ ਹੈ। ਕਰਿਆ ਸੀਗਾ, ਇੱਕ ਦਿਨ ਦੀ ਚਿੱਠੀ ਮੇਰੇ ਕੋਲ ਆਈ ਹੈ। ਜਦੋਂ ਚਿੱਠੀ ਦੇ ਵਿੱਚ ਲਿਖਿਆ ਗਿਆ
ਅਸੀਂ ਫੌਜ ਲੈ ਕਰਕੇ ਦਿਨ ਰਾਤ ਲਗਾਤਾਰ ਸਫ਼ਰ ਤੈਅ ਕਰਕੇ ਮਾਲਵੇ ਦੀ ਧਰਤੀ ਤੇ ਪਹੁੰਚ ਚੁੱਕੇ ਹਾਂ ਤੇ ਸਤਿਗੁਰਾਂ ਦੀ ਫੌਜ ਦੇ ਨਾਲ ਸਾਡਾ ਹੁਣ ਮੁਕਾਬਲਾ ਹੋਣ ਵਾਲਾ ਹੈ। ਇੱਥੋਂ ਤੱਕ ਖਬਰ ਤਾਂ ਪਹੁੰਚਾ ਦਿੱਤੀ ਗਈ ਸੀਗੀ ਤੇ ਅਗਲੇ ਦਿਨਾਂ ਦੇ ਵਿੱਚ ਕੀ ਹੋਇਆ ਹੈ ਫਿਰ ਕੋਈ ਖਬਰ ਨਹੀਂ ਸੀ ਆਈ। ਬਾਦਸ਼ਾਹ ਤੱਕ ਉਹਦੀ ਫੌਜ 35,000 ਦੀ ਗਿਣਤੀ ਦੇ ਵਿੱਚ ਗਈ ਹੈ ਪਰ ਅਜੇ ਤੱਕ ਖਬਰਸਾਰ ਕੋਈ ਨਹੀਂ ਹੈ। ਬਾਦਸ਼ਾਹ ਉਡੀਕ ਵਿੱਚ ਬੈਠਾ ਹੋਇਆ ਕਿ ਭਾਈ ਅਜੇ ਤੱਕ ਖਬਰ। ਇੱਕ ਬਾਦਸ਼ਾਹ ਦਾ ਅਹਿਲਕਾਰ ਇੱਕ ਰਾਵਣ ਆ ਕੇ ਬੇਨਤੀ ਕਰਦਾ ਹੈ, ਬਾਦਸ਼ਾਹ ਇਹ ਬਾਦਸ਼ਾਹ ਮਾਲਵੇ ਦੀ ਧਰਤੀ ਵਾਲੇ ਪਾਸਿਓਂ ਦੇ ਵਿੱਚੋਂ ਕੁਝ ਲੋਕ ਪਰਤੇ ਹਨ। ਬਾਦਸ਼ਾਹ ਨੇ ਤੁਰੰਤ ਹੁਕਮ ਦਿੱਤਾ ਕਿ ਬਿਨਾਂ ਕਿਸੇ ਦਰਵਾਜ਼ੇ ਤੇ ਰੋਕ ਟੋਕ ਤੋਂ ਦੂਤ ਹਸਨ ਖਾਂ ਬੜੀ ਜਲਦੀ ਦੇ ਨਾਲ ਬਾਦਸ਼ਾਹ ਦਾ ਹੁਕਮ ਹੋਇਆ ਹੈ ਤੇ ਇਹ ਬਾਦਸ਼ਾਹ ਦੇ ਸਾਹਮਣੇ ਖੜਾ ਹੈ ਤੇ ਬਾਦਸ਼ਾਹ ਦੇ ਮਨ ਤੇ ਪੁੱਛਦਾ ਹੈ ਕਿ ਇਹ ਦੂਤ ਹਸਨ ਖਾਂ ਏਡੀ ਵੱਡੀ ਸੈਨਾ ਲੈ ਕਰਕੇ ਤੁਹਾਨੂੰ ਮੈਂ ਦੇ ਕਰਕੇ ਭੇਜਿਆ ਸੀਗਾ ਤੇ ਕੀ ਬਣਿਆ ਹੈ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਬੰਧ ਵਿੱਚ ਪੁੱਛਦਾ ਹੈ ਕਿ ਇੰਨੀ ਵੱਡੀ ਸੈਨਾ ਵੇਖ ਕੇ ਸਤਿਗੁਰੂ ਜੀ ਉੱਥੇ ਟਿਕੇ ਰਹੇ ਕਿ ਕਿਤੇ ਹੋਰ ਕਿਤੇ ਤੁਸੀਂ ਸਤਿਗੁਰਾਂ ਤੇ ਹਮਲਾ ਕੀਤਾ ਸੀਗਾ ਤੇ ਘੋੜੇ ਜਿਹੜੇ ਤੁਹਾਨੂੰ ਲੈਣ ਵਾਸਤੇ ਭੇਜਿਆ ਸੀਗਾ ਕਿ ਜਾਓ ਸਤਿਗੁਰਾਂ ਤੇ ਹਮਲਾ ਕਰਕੇ ਤੇ ਮੇਰੇ ਜਿਹੜੇ ਘੋੜੇ ਹਨ ਉਹ ਖੋਹ ਕੇ ਲੈ ਕੇ ਆਓ ਔਰ ਸਤਿਗੁਰਾਂ ਨੂੰ ਜਾਂ ਤਾਂ ਖਤਮ ਕਰ ਦੇਵੋ ਜਾਂ ਉਹਨਾਂ ਨੂੰ ਜਿਉਂਦਿਆਂ ਹੋਇਆਂ ਗ੍ਰਿਫਤਾਰ ਕਰਕੇ ਮੇਰੇ ਸਾਹਮਣੇ ਪੇਸ਼ ਕਰ ਦੇਵੋ। ਕਾਲੀ ਦੇ ਨਾਲ ਪੁੱਛਦਾ ਹੈ ਬਾਦਸ਼ਾਹ ਇਹ ਹਸਨ ਖਾਂ ਕੀ ਬਣਿਆ ਹੈ, ਫੌਜ ਨੇ ਕਿਵੇਂ ਇਹ ਸਾਰਾ ਕੁਛ ਪ੍ਰਬੰਧ ਜਿਹੜਾ ਹੈ ਉਹ ਕੀਤਾ, ਕਿਵੇਂ ਉੱਥੇ ਪਹੁੰਚੇ, ਕਿਵੇਂ ਹਮਲਾ ਹੋਇਆ, ਹੱਲਾ ਕੀਤਾ, ਸਾਰਾ ਜਿਹੜਾ ਵਿਸਥਾਰ ਹੈ ਉਹ ਦੱਸ। ਤੇ ਜਿਵੇਂ ਹਸਨ ਖਾਂ ਬਾਦਸ਼ਾਹ ਨੂੰ ਸਾਰਾ ਹਾਲ ਸੁਣਾਉਂਦਾ ਹੈ ਜੰਗ ਦਾ ਜਿਹੜਾ 6ਵੇਂ ਪਾਤਸ਼ਾਹ ਜੀ ਦੇ ਨਾਲ ਲੜਿਆ ਗਿਆ ਹੈ, ਆਓ ਉਹ ਜਿਹੜਾ ਇਤਿਹਾਸ ਹੈ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਇੱਕ ਵਾਰੀ ਭਾਵਨਾ ਸਹਿਤ ਸਾਰੀ ਸੰਗਤ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਦੂਤ ਹਸਨ ਖਾਂ ਦੋਵੇਂ ਹੱਥ ਜੋੜ ਲੈ ਇਹ ਬਾਦਸ਼ਾਹ ਕਹਿਣ ਲੱਗਾ ਕਿ ਬਾਦਸ਼ਾਹ ਨੇ ਕਾਲੀ ਦੇ ਨਾਲ ਬੜੀ ਬੇਵਸੀ ਜੀ ਨਾਲ ਪੁੱਛਿਆ ਹੈ ਕਿ ਛੇਤੀ ਦੱਸੋ ਕੀ ਬਣਿਆ ਹੈ ਤੇ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕਰਕੇ ਕਹਿਣ ਲੱਗਾ ਹੇ ਹਜ਼ਰਤ ਸਾਹਿਬ ਜੀ ਜਿਹੜੀ ਤੁਸੀਂ ਵੱਡੀ ਸੈਨਾ ਚੜਾਈ ਸੀਗੀ ਅੱਲਾ ਬੇਗ ਨੇ ਜੈਸਾ ਤੁਸੀਂ ਕੰਮ ਕੀਤਾ ਸੀਗਾ ਕਿ ਏਡੀ ਵੱਡੀ 35,000 ਦੀ ਤੇ ਕਿਤੇ ਰੁਕਣਾ ਨਹੀਂ ਹੈ, ਦਿਨ ਰਾਤ ਚੱਲ ਕੇ ਕਿਉਂਕਿ ਨੂੰ ਪਤਾ ਲੱਗ ਗਿਆ ਕਿ ਇੰਨੀ ਵੱਡੀ ਫੌਜ ਆ ਰਹੀ ਹੈ ਜਾਂ ਤਾਂ ਪਾਤਸ਼ਾਹ ਜੀ ਟਾਲਾ ਕਰ ਜਾਂ ਕਿਤੇ ਹੋਰਾਂ ਤੋਂ ਮਦਦ ਲੈ ਕਰਕੇ ਤੇ ਇੱਕ ਵੱਡੀ ਸੈਨਾ ਨਾ ਤਿਆਰ ਕਰ ਤੇ ਤੁਸੀਂ ਉੱਥੇ ਬਹੁਤਾ ਸਮਾਂ ਰੁਕੋਗੇ। ਇਸ ਕਰਕੇ ਬਾਦਸ਼ਾਹ ਨੇ ਕਿਹਾ ਸੀਗਾ ਜਾਂਦਿਆਂ ਸਾਰ ਹਮਲਾ ਕਰਨਾ ਹੈ। ਹਸਨ ਖਾਂ ਨੇ ਆ ਕੇ ਕਹਿਣ ਲੱਗਾ ਬਾਦਸ਼ਾਹ ਲੱਲਾ ਬੇਗ ਤੁਹਾਡੇ ਹੁਕਮ ਦੇ ਰਸਤੇ ਦੇ ਵਿੱਚ ਅਸੀਂ ਕਿਤੇ ਨਹੀਂ ਰੁਕੇ ਤੇ ਕਾਲੀ ਦੇ ਨਾਲ ਮਾਲਵੇ ਦੀ ਧਰਤੀ ਤੇ ਪਹੁੰਚੇ ਸੀਗੇ। ਤੇ ਕਹਿਣ ਲੱਗੇ ਉਸੇ ਤਰ੍ਹਾਂ ਅਸੀਂ ਕੂਚ ਕਰਦੇ ਗਏ ਤੇ ਕਿਸੇ ਵੀ ਜਗ੍ਹਾ ਤੇ ਬਹੁਤਾ ਸਮਾਂ ਰੁਕੇ ਨਹੀਂ, ਕਿਤੇ ਵਿਸਰਾਮ ਨਹੀਂ ਕੀਤਾ ਸੀਗਾ। ਤੇ ਕਹਿਣ ਲੱਗੇ ਕਿ ਹੁਣ ਲਸ਼ਕਰ ਜਿਹੜਾ ਵੱਡਾ ਸੀਗਾ ਉਹ ਥੱਕ ਵੀ ਗਿਆ ਸੀਗਾ ਤੇ ਭੁੱਖਾ ਵੀ ਸੀਗਾ। ਤੇ ਕਹਿਣ ਲੱਗੇ ਕਿ ਹੇ ਬਾਦਸ਼ਾਹ ਪਰ ਤੁਹਾਡਾ ਜੈਸਾ ਹੁਕਮ ਸੀਗਾ ਉਹਦੇ ਮੁਤਾਬਕ ਤਾਂ ਵੀ ਸਾਰਾ ਜਿਹੜਾ ਲਸ਼ਕਰ ਹੈ ਲੱਲਾ ਬੇਗ ਦੇ ਵਿੱਚ ਚੱਲਦਾ ਗਿਆ ਹੈ। ਤੇ ਰਸਤੇ ਦੇ ਵਿੱਚ ਜਿਹੜੇ ਯੋਧੇ ਸਨ ਜਾਂ ਸਾਡੇ ਜਿਹੜੇ ਸੈਨਾਪਤੀ ਸਨ ਉਹਨਾਂ ਨੇ ਲੱਲਾ ਬੇਗ ਨੂੰ ਆਖਿਆ ਹੇ ਲੱਲਾ ਬੇਗ ਅੱਗੇ ਜਾ ਕਰਕੇ ਬਹੁਤ ਹੈ
इस करके जिहड़ी तैयारी है वो जरूरी है। सानू विश्राम करना चाहिए, जंग लड़ना है। कई बार जिहड़े सैनापति एहलकार सन उन्होंने लला बेग नूं बेनती भी कीती सीगी। और कहने लगे जिहड़ा लश्कर है लगातार कई दिनों तो सफ़र तय करता हुआ थकिया हुआ है। कहने लगे जंग करन दी हिम्मत नहीं है उन्हां दे विच। असीं लला बेग नूं इस करके कई बार बेनती कीती सी। बड़ियां जाणियां ने कहा सीगा कि जिहड़े योधे उन्हां दी तैयारी लला बेग ने किसी की गल सुनी नहीं, सारियां दी सुन के अनसुनी कर दी। ते कहन लगे उस वेले फिर लला बेग ने पहुँच करके ये हुक्म कर दिता कि जाओ धावा बोलो, सतगुरां दी सैना नूं खत्म कर दवो। ते जिहड़े घोड़े हैं जिन्हां वास्ते असीं आए हाँ वो घोड़े बादशाह दे गुरु दी फौज दे कोलों खो लवो जी। और अद्धी रात वेले साडा जिहड़ा दल है वो मालवे की धरती ते जिथे सतगुरां दा दल टिकिया होया सीगा। हे बादशाह ये दूत हसन खान दस रहा है, असीं अद्धी रात के करीब उत्थे पहुँचे सीगे ते पहुँचदियां सारी लला बेग ने पता करवा लिया कि गुरु का दल सामने ही है, इत्थे ही है। ते कहन लगे फिर लला बेग बड़ा खुश होया सीगा। और जदों फिर उस वेले अद्धी रात पहुँचदियां सारी भावें सैनापति ते साडी सैना तैयार नहीं सीगी, पर लला बेग ने कह दिता सीगा कि हुणे ही हमला कर दिता जाएगा। ते जदों डंके वजे नगारियां ते चोट लगी सीगी साडी सैना दी, कहन लगे गुरु दल आए, दए बजाए गुरु दल आए। उस वेले गुरु का दल भी इंज लगदा सीगा जिवें पहले उधर गुरु के दल ने भी चोट और इन्नी फिर वड्डी गिणती दे विच साडे उपर छूटत तीर तुपक अर तोमर। कहन लगे बादशाह सानू तो पता ही कुछ नहीं लग्या। अद्धी रात लला बेग ने यह सोचा सीगा कि गुरु का जिहड़ा दल है रात का वेला है उन्होंने कोई खबर नहीं होएगी, पर गुरु की फौज तो पहलों तो सार तैयार सीगी ते मोर्चाबंदी अपने ढंग दे नाल कीती हुई सीगी। असीं अद्धी रात चतुराई दे नाल बिना दिन चढ़न दी उडीक कीतिया हमला कर दिता, पर कहन लगे होए जदों साडे उपर छूटत तीर तुपक अर तीरां दे नाल बंदूकां दीयां गोलियां दे नाल ते फिर नेजे नेड़े आकर के गुरु के दल ने जिहड़े साडे पर नेजे ते बरछियां दे वार कीते। असीं सारे बड़ा वड्डा रौला मचिया ते गुरु का दल साडे ते टुट पिया। ते कहन लगे दे विच गए हुए सीगे शरीर जिहड़े सन पत्थर बन चुके सन ठंड दे नाल। कहन लगे कि असी उस वेले साडा जिहड़ा दल सीगा तिस सिन भयो सीत अत ऐसो नह आगे हम दिखियो कदाए। सानू अगे कुछ भी दिस नहीं सी रहा और ठंड दे नाल सारे सूरमे जोधे साडे इकट्ठे हुए सन। दो दरियावां ते ठंड दे नाल उन्हां दे वस्त्र भी भिजे हुए सन। लगातार सफ़र तय करते गए ते कहन लगे इस उत्थे पहुँचे ते सानू जंग दे मैदान दा उत्थों दी मोर्चाबंदी इलाके दा कुछ भी भेत नहीं सीगा। ते जा करके अचानक ही असी बिना किसी तजर्बे तो बिना किसी तरतीब तो ढंग तो जुगत तो असी उत्ते जाके हमला कर दिता सीगा। कहन लगे जिहड़े साडे सूरमे सन उन्हां दे हथ नहीं सी खुल रहे, खुले ना हाथ ना उसरत अंग। कहन लगे कि भाई ना उन्हां दे अंग काम करदे सन ते ना हाथ दे विच चंगी तरह हथियार पकड़े जा रहे सन। ते गुरु के एक वड्डा प्रहार करके जिहड़े थोड़े जे अगे वध उन्हां दे भी हथियार सुटा दिते सन।
ਦਾ ਨੁਕਸਾਨ ਤਾਂ ਅਸੀਂ ਕੀ ਕਰਨਾ ਸੀ, ਕਿਸੇ ਦੀ ਹੱਤਿਆ ਤਾਂ ਕੀ ਕਰਨੀ ਸੀਗੀ। ਸਾਡੇ ਤੋਂ ਤਾਂ ਹਥਿਆਰ ਵੀ ਨਹੀਂ ਜਾ ਰਹੇ, ਆਪਣਾ ਆਪ ਸੰਭਾਲਿਆ ਵੀ ਨਹੀਂ ਸੀ ਜਾ ਰਿਹਾ। ਕਿਸੇ ਨੂੰ ਤਾਂ ਕੀ ਮਾਰਨਾ ਹੈ, ਅਸੀਂ ਬਚਾਓ ਕਰਦੇ ਰਹੇ ਸਾਂ। ਬਾਦਸ਼ਾਹ ਸਾਡਾ ਜਿਹੜਾ ਜਾਤ ਵਾਲਾ ਜਿਹੜਾ ਦਾ ਪਾਇਆ ਸੀ ਅਸੀਂ ਕਿ ਦਿਨ ਚੜ੍ਹਨ ਤੋਂ ਪਹਿਲਾਂ ਫੌਜ ਅਸੀਂ ਖਤਮ ਕਰ ਦੇਣੀ ਹੈ। ਐਡਾ ਵੱਡਾ ਸਾਡਾ ਸਤਿਗੁਰਾਂ ਦੀ ਸੈਨਾ ਸੁੱਤੀ ਪਈ ਹੋਏਗੀ, ਇਹਨਾਂ ਨੂੰ ਸਮਝ ਹੀ ਨਹੀਂ ਆਏਗੀ। ਇਹ ਜਿਹੜਾ ਪਰੀ ਉਲਟ ਪੈ ਗਿਆ ਤੇ ਗੁਰੂ ਕੇ ਦਲ ਦੀ ਇਤਨੀ ਵੱਡੀ ਤਿਆਰੀ ਸੀਗੀ, ਸਾਨੂੰ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਅਸੀਂ ਰੱਸਿਆਂ ਦੇ ਨਾਲ ਬੰਨ੍ਹੇ ਹੋਏ ਹਾਂ, ਸਾਨੂੰ ਕੱਸ ਕੇ ਬੰਨਿਆ ਹੋਇਆ ਹੈ। ਠੰਡ ਦੇ ਨਾਲ ਅਸੀਂ ਅੱਗੇ ਨਹੀਂ ਸੀ ਵੱਧ ਸਕੇ। ਤੇ ਉਧਰ ਸਤਿਗੁਰੂ ਦੀ ਸੈਨਾ ਦੀ ਬਹੁਤ ਵੱਡੀ ਤਿਆਰੀ ਸੀ। ਉਹਨਾਂ ਨੇ ਕਈਆਂ ਥਾਵਾਂ ਤੇ ਭੱਠੀਆਂ ਤੇ ਧੂਏ ਲਾਏ ਹੋਏ ਸਨ। ਸਰੀਰ ਉਹਨਾਂ ਦੇ ਨਿੱਘੇ ਗਰਮ ਸਨ ਤੇ ਬਿਲਕੁਲ ਉਹ ਤਿਆਰ ਤੇ ਬਰਤਿਆਰ ਸਨ। ਇੱਧਰ ਢਿੱਲੀ ਸੀਗੀ ਤੇ ਗੁਰੂ ਕੀ ਜਿਹੜੀ ਤਿਆਰ ਬਰਤਿਆਰ ਸੈਨਾ ਉਹਨੇ ਆ ਕੇ ਵੱਡਾ ਹਮਲਾ ਕੀਤਾ ਹੈ ਤੇ ਮਾਰ ਮਾਰ ਕੇ ਗੁਰੂ ਕੇ ਦਲ ਨੇ ਐਸੇ ਵਾਰ ਦੂਰ ਤੋਂ ਕੀਤੇ। ਸੈਨਾ ਜਿਹੜੇ ਦਲ ਅੱਗੇ ਵਧੇ ਸਨ ਉਹਨਾਂ ਨੂੰ ਝਾਟੀ ਉਹਨਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤਾ। ਇੰਨੀ ਤਗੜੀ ਤਿਆਰੀ ਸੀਗੀ। ਕਹਿਣ ਲੱਗੇ ਮਾਰ ਮਾਰ ਬਹੁ ਚਮੂ ਖਪਾਈ ਗਿਰੇ ਤੁਰੰਗਮ ਭੱਟ ਸਮੁਦਾਏ। ਜਿਹੜੇ ਸਾਡੇ ਵੱਡੇ ਗੁਰੂ ਕੇ ਦਲ ਨੇ, ਸਾਡੇ ਜਿਹੜੇ ਦਲ ਅੱਗੇ ਵਧੇ ਉਹਨਾਂ ਨੂੰ ਧਰਤੀ ਤੇ ਡੇਗ ਲਿਆ ਸੀਗਾ। ਤੇ ਬਾਦਸ਼ਾਹ ਬਾਅਦ ਵਿੱਚ ਤਾਂ ਅਸੀਂ ਸਤਿਗੁਰਾਂ ਦੇ ਕੌਤਕ ਤੇ ਉਹਨਾਂ ਦੀ ਤਿਆਰੀ ਹੋਰ ਹੈਰਾਨ ਰਹਿ ਗਏ। ਪਹਿਲਾਂ ਗੁਰੂ ਕੇ ਕੁਛ ਦਲਾਂ ਪਾਸਿਆਂ ਤੋਂ ਪ੍ਰਹਾਰ ਕਰਨਾ ਵੀ ਸ਼ੁਰੂ ਕਰ ਦਿੱਤਾ। ਜਿਹੜੇ ਗੁਰਮੁਖਾਂ ਨੇ ਪਿਛਲੇ ਪ੍ਰਸੰਗ ਸੁਣੇ ਹਨ, ਆਪਾਂ ਦੇਖ ਰਹੇ ਸੀ ਇਤਿਹਾਸ ਦੇ ਵਿੱਚੋਂ ਕਿ ਛੇਵੇਂ ਪਾਤਸ਼ਾਹ ਜੀ ਨੇ ਰਾਏ ਜੋਧ ਨੂੰ ਕਿਹਾ ਸੀ ਲੈ ਕਰਕੇ ਤੇ ਦੋਨਾਂ ਪਾਸਿਆਂ ਤੋਂ ਜਾ ਕਰਕੇ ਪਿੱਛੋਂ ਘੇਰਾ ਪਾ ਕਰਕੇ ਤੇ ਤੁਸੀਂ ਇੱਕ ਪਾਸੇ ਤੋਂ ਹਮਲਾ ਕਰੋ, ਅਸੀਂ ਸਾਹਮਣੇ ਲੜਦੇ ਹਾਂ। ਉਸ ਇਲਾਕੇ ਦੀ ਭੇਤੀ ਹੈ, ਪਹਿਲਾਂ ਤੋਂ ਆ ਕੇ ਤਿਆਰੀ ਕੀਤੀ ਹੋਈ ਤੇ ਜਿਸ ਤਰ੍ਹਾਂ ਸਤਿਗੁਰਾਂ ਦੇ ਸੈਨਿਕ ਚਾਹੁੰਦੇ ਸਨ ਇੱਥੇ ਕੋ ਦੁਸ਼ਮਣਾਂ ਦਾ ਦਲ ਪਹੁੰਚੇ ਤਾਂ ਗੱਲ ਬਣਦੀ ਹੈ। ਇਹ ਰਾਤ ਸਨ ਤੇ ਗੁਰੂ ਕੇ ਸਿੱਖਾਂ ਨੇ ਵੱਡਾ ਪ੍ਰਹਾਰ ਕਰਕੇ ਤੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਸਨ। ਕਹਿਣ ਲੱਗੇ ਹਿਲ ਬਾਦਸ਼ਾਹ ਲੱਲਾ ਬੇਗ ਤੇ ਸਾਨੂੰ ਕੋਈ ਸਮਝ ਨਹੀਂ ਆਈ। ਕਹਿਣ ਲੱਗੇ ਕਿ ਉਸੇ ਵੇਲੇ ਜਦੋਂ ਅਸੀਂ ਹਮਲਾ ਕਰ ਰਹੇ ਸੀ ਤੇ ਪਾਸਿਆਂ ਬਹੁਤ ਵੱਡੇ ਦਲ ਨੇ ਸਾਡੇ ਉੱਪਰ ਹਮਲਾ ਕੀਤਾ ਹੈ। ਤੇ ਗੁਰੂ ਕੇ ਦਲ ਵੱਖਰੇ ਵੱਖਰੇ ਹੋ ਕਰਕੇ ਘੇਰੇ ਪਾ ਕਰਕੇ ਵੱਡਾ ਪ੍ਰਹਾਰ ਕਰ ਰਹੇ ਸਨ। ਤੇ ਕਹਿਣ ਲੱਗੇ ਵੱਡੀ ਜਿਹੜੀ ਮਾਰ ਹੈ ਸਾਨੂੰ ਸਮਝ ਨਹੀਂ ਸੀ ਆ ਰਹੀ, ਕਦੇ ਇੱਧਰੋਂ ਪੈਂਦੀ ਹੈ ਕਦੇ ਸਾਹਮਣੇ ਪੈਂਦੀ ਹੈ। ਤੇ ਅੱਧੀ ਰਾਤ ਵੇਲੇ ਸਾਨੂੰ ਜਰਾ ਵੀ ਸਮਝ ਨਹੀਂ ਆਈ ਤੇ ਸਾਡੇ ਜਿਹੜੇ ਦਲ ਸਨ ਜਦੋਂ ਕਈ ਪਾਸਿਆਂ ਤੋਂ ਹਮਲਾ ਹੋਇਆ ਤੇ ਅਸੀਂ ਆਪ ਉਲਝ ਗਏ। ਸਾਡੀ ਜਿਹੜੀ ਸੈਨਾ ਹੈ ਉਹਨਾਂ ਨੂੰ ਅੱਧੀ ਰਾਤ ਕੋਈ ਨਹੀਂ ਮਿਲ ਰਹੀ ਕੋਈ ਢੰਗ ਨਹੀਂ ਪਤਾ ਲੱਗ ਰਿਹਾ। ਕਈਆਂ ਨੇ ਫਿਰ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਹੀ, ਕਿਉਂਕਿ ਵਾਰ ਤਾਂ ਕਦੇ ਇੱਧਰੋਂ ਆ ਰਹੇ ਹਨ ਕਦੇ ਇੱਧਰੋਂ, ਫਿਰ ਇਹਨਾਂ ਅੱਗੋਂ ਹਮਲਾ ਕੀਤਾ ਤੇ ਬਹੁਤ ਸਾਰੀ ਸੈਨਾ ਆਪਸ ਦੇ ਵਿੱਚ ਇੱਕ ਦੂਜੇ ਗਈ ਸੀਗੀ। ਤੇ ਕਹਿਣ ਲੱਗੇ ਉਸੇ ਵੇਲੇ ਫਿਰ ਜਦੋਂ ਦਿਨ ਚੜ੍ਹਿਆ, ਕਹਿਣ ਲੱਗੇ ਕਿ ਦਿਨ ਚੜ੍ਹਨ ਸਮੇਂ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਵੱਡੀ ਸੈਨਾ ਹੈ, ਕਹਿਣ ਲੱਗੇ ਉਹਨੇ ਫਿਰ ਬਹੁਤ ਵੱਡਾ ਹਮਲਾ ਕੀਤਾ। ਭੋਰ ਹੋਤ ਲੋ 3 ਭਾਗ ਦਲ ਬਿਨ ਮਾਰੇ ਹੀ ਭਏ ਸੰਘਾਰ। ਸੈਨਾ ਸੀਗੀ ਉਹਦੇ 3 ਭਾਗ, ਕਹਿਣ ਤੋਂ ਭਾਵ ਇੱਕ ਭਾਗ ਬਚਿਆ ਹੈ ਤੇ 3 ਭਾਗ ਜਿਹੜੇ ਉਹ ਰਾਤੋਂ ਰਾਤ ਦਿਨ ਚੜ੍ਹਨ ਤੋਂ ਪਹਿਲਾਂ ਗੁਰੂ ਕੀ ਸੈਨਾ ਨੇ ਵੱਡਾ ਹਮਲਾ ਕੀਤੀ ਸੀ। ਦਿਨ ਚੜ੍ਹਨ ਤੋਂ ਪਹਿਲਾਂ ਦਿਨ ਚੜ੍ਹਨ ਦੇ ਨਾਲ ਸਾਡੇ ਕੋਲ ਕੇਵਲ
ਚੌਥਾ ਕੋ ਹਿੱਸਾ ਜਿਹੜੀ ਸੈਨਾ ਉਹ ਬਚੀ ਸੀਗੀ। ਚਾਹੇ ਦਿਵਸ ਉਮਰਾਵ ਜੇ ਪੰਚੋ ਹੀਰ ਜੰਗ ਕੋ। ਤੇ ਜਦ ਇਹ ਜੰਗ ਦਾ ਮੈਦਾਨ ਦੇਖਿਆ ਤੇ ਸਾਡੇ ਸੈਨਾਪਤੀ ਤੇ ਸਾਡੇ ਬਹਾਦਰ ਯੋਧੇ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਿ ਗੁਰੂ ਕੇ ਦਲ ਨੇ ਰਾਤ ਕੀਤੀ ਹੋਈ ਤਿਆਰੀ ਦੇ ਮੁਤਾਬਕ ਇੰਨਾ ਕੁ ਵੱਡਾ ਹੈ ਕਿ ਇੰਝ ਲੱਗਦਾ ਸੀਗਾ ਕਿ ਸਾਡੇ ਯੋਧੇ ਇੱਧਰ ਉੱਧਰ ਹੋ ਕਰਕੇ ਬਚ ਗਏ ਹੋਣਗੇ ਰਾਤ, ਪਰ ਦਿਨ ਚੜ੍ਹਦੇ ਨੂੰ ਸਰੀਰਾਂ ਦੇ ਢੇਰ ਲੱਗ ਗਏ ਸਨ। ਮੁਖ ਲਰਨ ਹੇਤ ਬਜਾਵਨ ਸੰਦਾ ਲੈਟਾ ਗੁਰ ਕੇ ਸਨਮੁਖ ਲਰਨ ਹੇਤ ਬਜਵਾਈ ਸ਼ਾਨ। ਤੇ ਦਿਨ ਚੜ੍ਹਦਿਆਂ ਸਾਰੇ ਫਿਰ ਅਸੀਂ ਜਿਹੜੀ ਬਚੀ ਹੋਈ ਸੈਨਾ ਸੀਗੀ ਉਹਦੇ ਨਾਲ ਸਤਿਗੁਰਾਂ ਤੇ ਹਮਲਾ ਕਰਨ ਦੀ ਜਿਹੜੀ ਵਿਉਂਤ ਹੈ ਉਹ ਬਣਾਈ ਸੀਗੀ। ਨਗਾਰੇ ਦੀ ਚੋਟ ਦੇ ਨਾਲ ਬਹੁਤ ਵੱਡੀ ਤਿਆਰੀ ਕਰਕੇ ਸਤਿਗੁਰਾਂ ਦੀ ਸੈਨਾ ਦੇ ਉੱਪਰ ਫਿਰ ਪ੍ਰਹਾਰ ਕੀਤਾ ਗਿਆ ਸੀਗਾ। ਭਾਵੇਂ ਸਾਡੀ ਸੈਨਾ ਤਗੜਾ ਹਮਲਾ ਕਰਨ ਵਾਸਤੇ ਚੱਲੀ ਸੀਗੀ, ਪਰ ਤਿਆਰੀ ਸੀ, ਸਤਿਗੁਰਾਂ ਦੀ ਸੈਨਾ ਖੜੀ ਸੀਗੀ। ਫਿਰ ਦਿਨ ਚੜ੍ਹਦਿਆਂ ਸਾਰ ਹੀ ਰਾਤ ਵੇਲੇ ਤੋਂ ਬਾਅਦ ਦਿਨ ਵੇਲੇ ਦਾ ਜਿਹੜਾ ਜੰਗ ਹੈ ਉਹ ਸ਼ੁਰੂ ਹੋਇਆ। ਘਮਸਾਨ ਦਾ ਫਿਰ ਯੁੱਧ ਮਚਿਆ ਹੈ ਤੇ ਉਸ ਵੇਲੇ ਵੀ ਸਾਡੀ ਬਹੁਤ ਵੱਡੀ ਹਾਨੀ ਹੋਈ ਹੈ। ਤੇ ਸਭ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਧੰਨ ਗਿਆ ਕਰਕੇ ਜਿਹੜਾ ਸਾਡੇ ਦਲ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਯੋਧਾ ਸੀਗਾ ਵੇਗ, ਉਹ ਜਦੋਂ ਅੱਗੇ ਵਧਿਆ ਸੀਗਾ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਉਹਦਾ ਮੁਕਾਬਲਾ ਹੋਇਆ ਤੇ ਗਰੀਬ ਨਿਵਾਜ ਸਤਿਗੁਰਾਂ ਨੇ ਖੜਗ ਪ੍ਰਹਾਰ ਗੁਰੂ ਨੇ ਮਾਰਿਓ ਬਲੀ ਕਾਬਲੀ ਬੇਗ ਮਹਾਨ। ਜਿਹੜਾ ਸਭ ਤੋਂ ਸਾਡੀ ਸੈਨਾ ਦੇ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਸੈਨਾਪਤੀ ਤੇ ਮਹਾਨ ਯੋਧਾ ਸੀਗਾ, ਉਸ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਆਪਣੀ ਤਲਵਾਰ ਦੇ ਨਾਲ ਉਹਨੂੰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦਿੱਤਾ ਸੀਗਾ। ਕਹਿਣ ਲੱਗੇ ਛੋਟਾ ਜਿਹਾ ਜ਼ਖਮ ਭਾਵੇਂ ਉਹਨਾਂ ਦੇ ਸਰੀਰ ਤੇ ਵੀ ਮੈਦਾਨ ਦੇ ਵਿੱਚ ਨਿਵਾਜ ਸਤਿਗੁਰਾਂ ਨੇ ਉਹ ਜ਼ਖਮ ਮਹਿਸੂਸ ਨਹੀਂ ਕੀਤਾ, ਪਰ ਸਾਵਧਾਨ ਹੋ ਕੇ ਉਸੇ ਰਸ ਦੇ ਮੈਦਾਨ ਦੇ ਵਿੱਚ ਡਟੇ ਰਹੇ। ਸੈਨਾ ਦਾ ਬਹੁਤ ਵੱਡਾ ਮੁਕਾਬਲਾ ਕੀਤਾ ਹੈ। ਲੱਲਾ ਬੇਗ ਸੋ ਜੰਗ ਪਰਿਓ ਪੁਨ। ਲੱਲਾ ਬੇਗ ਨੇ ਫਿਰ ਬਹੁਤ ਵੱਡਾ ਜੰਗ, ਬਾਅਦ ਵਿੱਚ ਕਈ ਸੈਨਾਪਤੀ ਸਾਡੇ ਹੋਰ ਵੀ ਮਾਰੇ ਗਏ। ਬਾਅਦ ਵਿੱਚ ਛੇਵੇਂ ਪਾਤਸ਼ਾਹ ਜੀ ਦੇ ਨਾਲ ਮੁਕਾਬਲਾ ਫਿਰ ਸਾਡੀ ਫੌਜ ਦਾ ਜਿਹੜਾ ਮੁਖੀ ਲੱਲਾ ਬੇਗ, ਜਿਹਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਗਏ ਸੀਗੇ, ਉਹਨੇ ਛੇਵੇਂ ਪਾਤਸ਼ਾਹ ਜੀ ਨਾਲ ਮੁਕਾਬਲਾ ਕੀਤਾ ਸੀਗਾ। ਤੇ ਕਹਿਣ ਲੱਗੇ ਉਸ ਵੇਲੇ ਫਿਰ ਲੱਲਾ ਬੇਗ ਸੋ ਜੰਗ ਪਰਿਓ ਪੁਨ ਅਸ ਗੁਲਬਾਗ ਚਪਲ ਬਲਵਾਨ। ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜਾ ਗੁਲਬਾਗ ਬੜਾ ਚਤੁਰ ਤੇਜ ਘੋੜਾ ਸੀਗਾ ਤੇ ਸਵਾਰ ਸਨ। ਲੱਲਾ ਬੇਗ ਦੇ ਕਈ ਤੀਰਾਂ ਦੇ ਨਾਲ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਬਲੀ ਘੋੜਾ ਮੈਦਾਨ ਦੇ ਵਿੱਚ ਮਾਰਿਆ ਗਿਆ ਸੀਗਾ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਵੀਰ ਰਸ ਦੇ ਵਿੱਚ ਆ ਕਰਕੇ ਲੱਲਾ ਬੇਗ ਦੇ ਕੋਲ ਆ ਕੇ ਐਸਾ ਜੰਗ ਕੀਤਾ, ਘਮਸਾਨ ਦਾ ਯੁੱਧ ਕੀਤਾ ਹੈ ਕਿ ਬਹੁਤ ਵੱਡੇ ਲੱਲਾ ਬੇਗ ਦਾ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਉਹਦਾ ਸੰਘਾਰ ਕਰ ਦਿੱਤਾ ਹੈ। ਸਤਿਗੁਰਾਂ ਦੀ ਜਿਹੜੀ ਸੈਨਾ ਸੀਗੀ ਉਹ 4,000 ਦੇ ਕਰੀਬ ਸੀਗੀ। ਇਹਦੇ ਵਿੱਚੋਂ ਸਤਿਗੁਰਾਂ ਦੀ ਸੈਨਾ ਦਾ ਵੀ 1200 ਦੇ ਕਰੀਬ ਜਿਹੜਾ ਗੁਰੂ ਕਾ ਸਿੱਖ ਹੈ ਉਹ ਵੀ ਜੰਗ ਦੇ ਦੂਸਰੇ ਪਾਸੇ ਹੈ ਬਾਦਸ਼ਾਹ ਹੋਇਆ ਦਲ ਸੀਗਾ। ਗੁਰੂ ਕੀ ਸੈਨਾ ਦਾ ਤਾਂ ਭਾਵੇਂ ਇੰਨਾ ਕੋਈ ਨੁਕਸਾਨ ਹੋਇਆ ਹੈ, ਪਰ ਤੁਹਾਡੀ ਸੈਨਾ ਦਾ ਵੱਡਾ ਜਿਹੜਾ ਲਸ਼ਕਰ ਹੈ ਸਤਿਗੁਰਾਂ ਨੇ ਖਤਮ ਕਰ ਦਿੱਤਾ। ਬਹੁਤ ਵੱਡੀ ਜਿਹੜੀ ਹਾਰ ਹੈ ਉਹ ਸਾਡੀ ਹੈ ਬਾਦਸ਼ਾਹ
ਤੁਹਾਡੀ ਸੈਨਾ ਦੀ ਜੰਗ ਦੇ ਮੈਦਾਨ ਦੇ ਵਿੱਚ ਮਾਲਵੇ ਦੀ ਧਰਤੀ ਤੇ ਹੋਈ ਹੈ। ਸਾਰੇ ਜਿਹੜੇ ਯੋਧੇ ਬਲੀ ਸਨ, ਕਹਿੰਦੇ ਕਹਾਉਂਦੇ ਗੁਰੂ ਕੀ ਫੌਜ ਨੇ ਰਾਤ ਤੇ ਦਿਨੇ ਜੰਗ ਦੇ ਮੈਦਾਨ ਦੇ ਵਿੱਚ ਤੇ ਸੁਪਤ ਪਰੇ ਰਣ ਖੇਤ ਵਿਖੇ ਸਭ ਬਚੇ ਸੰਗ ਮਮ 100 ਅਸਵਾਰ। ਆ ਇੰਨੇ ਕੋ 100 ਕੋ ਅਸਵਾਰ ਮੇਰੇ ਨਾਲ ਬਚਿਆ ਹੋਇਆ ਆਇਆ ਹੈ। ਤੇ ਬਾਦਸ਼ਾਹ ਜਿਉਂ-ਜਿਉਂ ਇਹ ਸਾਰਾ ਕੁਝ ਸੁਣ ਰਿਹਾ ਹੈ ਹੈਰਾਨ ਰਹਿ ਗਿਆ। ਇਹਦਾ ਚਿਹਰਾ ਵਿੱਚ ਬਹੁਤ ਭਾਰੀ ਗੁੱਸਾ ਆ ਰਿਹਾ ਹੈ ਤੇ ਕਹਿਣ ਇੰਨੀ ਵੱਡੀ ਸੈਨਾ ਭੇਜੀ ਹੈ ਤੇ ਉਡੀਕ ਤੈਅ ਕਰਦਾ ਸੀਗਾ ਕਿ ਸਤਿਗੁਰਾਂ ਨੂੰ ਬੰਨ੍ਹ ਕੇ ਲੈ ਕੇ ਆਉਣਗੇ ਤੇ ਨਾਲੇ ਜਿਹੜੇ ਕਾਰਜ ਵਾਸਤੇ ਮੈਂ ਭੇਜਿਆ ਹੈ ਨਗਾਰੇ ਵਜਾਉਂਦੀ ਹੋਈ ਮੇਰੀ ਫੌਜ ਹੁਣੇ ਆਉਣ ਵਾਲੀ ਹੈ। ਉਡੀਕ ਇਸ ਤਰ੍ਹਾਂ ਦੀ ਰਿਹਾ ਹੈ, ਪਰ ਜਦੋਂ ਖਬਰ ਇਹ ਮਿਲੀ ਹੈ ਤੇ ਬਹੁਤ ਮਨ ਦੇ ਵਿੱਚ ਗੁੱਸਾ ਵੀ ਆਇਆ ਹੈ। ਤੇ ਗੁੱਸੇ ਦੇ ਵਿੱਚ ਆ ਕੇ ਭਾਈ ਏਡੀ ਵੱਡੀ ਸਿਰ ਤੇ ਭੀੜ ਬਣੀ ਹੈ, ਇੰਨਾ ਵੱਡਾ ਪ੍ਰਹਾਰ ਹੋਇਆ। ਹੈਰਾਨ ਰਹਿ ਗਿਆ, ਕਹਿਣ ਲੱਗੇ ਕਹਾਂ ਕਹਿਰ ਗੁਜਰਿਓ 3 ਸਿਰ ਉੱਪਰ। ਏਡਾ ਵੱਡਾ ਕਹਿਰ ਗੁਜਰਿਆ ਹੈ। ਤੇ ਫਿਰ ਉਸ ਵੇਲੇ ਕਹਿਣ ਲੱਗਾ ਪਰ ਵੱਡੇ ਕਹਾਵਤ ਹੋਤੇ ਦਨਾਏ। ਕਹਿਣ ਲੱਗੇ ਬਹੁਤ ਆਪਣੇ ਆਪ ਨੂੰ ਬੜੇ ਸੂਰਬੀਰ ਬਹਾਦਰ ਯੋਧੇ ਕਹਾਉਣ ਵਾਲੇ ਇੰਨੇ ਤਜਰਬੇਕਾਰ ਸਨ। ਤੇ ਉਸ ਵੇਲੇ ਜਾਣ ਤੋਂ ਪਹਿਲਾਂ ਤਾਂ ਸਾਰੇ ਦਾਅਵਾ ਕਰ ਰਹੇ ਸਨ ਔਰ ਉਹਨਾਂ ਦੇ ਵਿੱਚ ਬੜੇ ਤਜਰਬੇਕਾਰ ਜਿਨ੍ਹਾਂ ਨੂੰ ਰਾਜਨੀਤੀ ਬਾਰੇ ਵੀ ਪਤਾ ਸੀਗਾ ਤੇ ਚਤੁਰ ਬਖਤ ਜਾਣਤ ਸਗਲ ਜੰਗ ਕੋ ਦਾਏ। ਤੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਕਈ ਪੇਚ ਜੁਗਤ ਜੰਗ ਦੇ ਤਰੀਕੇ ਸਾਰੇ ਜਾਣਦੇ ਸਨ। ਇੰਨੇ ਤਜਰਬੇ ਪਰ ਤਾਂ ਵੀ ਇੰਨੀ ਵੱਡੀ ਜਿਹੜੀ ਹਾਰ ਹੋਈ ਹੈ ਉਹ ਕਿਵੇਂ ਹੋ ਗਈ। ਜਦੋਂ ਬਾਦਸ਼ਾਹ ਸ਼ਾਹਜਹਾਨ ਇਹ ਸਾਰੀ ਗੱਲ ਸੁਣਦਾ ਹੈ ਉਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਹੈ। ਆਖਰਕਾਰ ਏਡਾ ਵੱਡਾ ਕਹਿਰ ਕਿਵੇਂ ਗੁਜ਼ਰ ਗਿਆ ਹੈ। ਤੇ ਕਹਿਣ ਲੱਗਾ ਤੁਹਾਡੇ ਤੋਂ ਫਿਰ ਨਹੀਂ ਸਰਿਆ, ਨਾ ਤੁਸੀਂ ਕੋਈ ਨੁਕਸਾਨ ਕਰ ਸਕੇ। ਤੇ ਪੁੱਛਦਾ ਹੈ, ਕਹਿਣ ਲੱਗੇ ਕੁਛ ਨਾ ਸਰਿਓ ਨਾ ਕਰਿਓ ਉਜ ਕੋ, ਨਾ ਆਪਣੀ ਸ਼ਕਤੀ ਦਾ ਤੁਸੀਂ ਕੋਈ ਪ੍ਰਗਟਾਵਾ ਕੀਤਾ। ਮਾਰਿਓ ਤੁਰਤ ਹੀ ਅਰ ਅਗਵਾਏ। ਤੇ ਕਹਿਣ ਲੱਗੇ ਜਿਹੜੇ ਅਗਵਾਈ ਕਰਨ ਵਾਲੇ ਅੱਗੇ ਚੱਲੇ ਉਹ ਸਾਰੇ ਹੀ ਮਾਰੇ ਗਏ ਹਨ। ਕਹਿਣ ਲੱਗਾ ਉਸ ਵੇਲੇ ਦੂਤ ਹਸਨ ਖਾਂ ਕਹਿ ਰਿਹਾ ਹੈ ਅਸੀਂ ਬੜਾ ਸਮਝਾਇਆ ਸੀਗਾ। ਕਹਿਤ ਹਸਨ ਖਾਂ ਅਬ ਹੱਠ ਕਰ ਮਰਿਓ ਕਰਤ ਹੰਕਾਰ। ਲੱਲਾ ਬੇਗ ਨੂੰ ਇਸ ਚੀਜ਼ ਦਾ ਬੜਾ ਵੱਡਾ ਮਾਣ ਸੀਗਾ ਕਿ ਸਾਡੇ ਕੋਲ ਸਤਿਗੁਰਾਂ ਦੀ ਸੈਨਾ ਤੋਂ ਕਈ ਸੈਨਾ ਹੈ, ਸਾਡੇ ਕੋਲ ਬਹੁਤ ਵੱਡੀ ਸ਼ਕਤੀ ਹੈ, ਬੜੇ ਤਜਰਬੇਕਾਰ ਯੋਧੇ ਹਨ। ਇਸ ਕਰਕੇ ਹੇ ਬਾਦਸ਼ਾਹ ਤੁਹਾਡਾ ਜਿਹੜਾ ਸੈਨਾਪਤੀ ਮੁਖੀ ਜਿਹੜਾ ਫੌਜ ਦਾ ਭੇਜਿਆ ਹੈ ਉਹਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਸੀਗਾ। ਔਰ ਉਹਨੂੰ ਚਾਹੀਦਾ ਸੀਗਾ ਕਿ ਰਾਜਨੀਤੀ ਵਰਤਦਾ ਔਰ ਆਪਣੀ ਜਿਹੜੀ ਫੌਜ ਹੈ ਰਾਜਨੀਤੀ ਦਾਵ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਸਾਥ ਕਿਸੇ ਦਾ ਦੇ ਨਾਲ ਕਿਸੇ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਸੀਗਾ। ਪਰ ਕਹਿਣ ਲੱਗੇ ਕਿ ਉਸ ਵੇਲੇ ਲਸ਼ਕਰ ਸੰਭਾਰ ਔਰ ਉਹਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਸੀਗਾ ਕਿ ਜਿਹੜਾ ਮੇਰਾ ਲਸ਼ਕਰ ਹੈ ਇਹਦਾ ਬਚਾਅ ਕਿੱਦਾਂ ਹੋ ਸਕਦਾ ਹੈ, ਇਹਦੀ ਸੰਭਾਲ ਕਿਵੇਂ ਕਰਨੀ ਹੈ। ਅਸੀਂ ਸਾਰੇ ਵਾਰ-ਵਾਰ ਪੁਕਾਰ ਕਰਦੇ ਰਹੇ ਲੱਲਾ ਬੇਗ ਨੂੰ, ਪਰ ਕਹਿਣ ਲੱਗੇ ਕਿ ਸਾਰਿਆਂ ਦੀ ਗੱਲ ਉਹਨੇ ਭੁਲਾ ਦਿੱਤੀ, ਵਿਸਾਰ ਦਿੱਤੀ। ਕਿਸੇ ਦੀ ਸਲਾਹ ਹੇ ਬਾਦਸ਼ਾਹ ਲੱਲਾ ਬੇਗ ਨੇ ਨਹੀਂ ਮੰਨੀ ਤੇ ਰਾਤ ਵੇਲੇ ਜਾਂਦਿਆਂ ਸਾਰੀ ਥੱਕੀ ਹੋਈ ਫੌਜ ਨੇ, ਠੰਡ ਦੇ ਵਿੱਚ ਠਰੀ ਹੋਈ ਸਾਡੀ ਫੌਜ ਨੇ ਗੁਰੂ ਕੀ ਸੈਨਾ ਦੇ ਉੱਪਰ ਹਮਲਾ ਕੀਤਾ ਹੈ।
लगे जदों साडे जिहड़े सियाणे पुरुष सन उन्हां ने वार-वार लल्ला बेग नूं सलाह दित्ती कि सानूं दिन चढ़न की उड़ीक करनी चाहिए है, सानूं कोई ढंग तरीका वरतना चाहिए है। पर कहन लगे लल्ला बेग ने सारियां दी जिहड़ी कही हुई गल है उन्होंने मना कर दिता, मनी नहीं है। मेरा भी बहुत वड्डा अनादर उस वेले किया गया। जे मैं सतगुरां दी सैना दी आके उस्तत की, मैं दूत सीगा, खबर लियांदी ते आके दस्या कि गुरु की फौज की बहुत वड्डी तैयारी है, तो लल्ला बेग दे साथियां ने मेरा भी अनादर किया, बुरा हाल किया, तो मैनू भी उस वेले मार पई ते फौज दे विचों कढ़ दिता गया। कहन लगे जे मैं सलाह दी पुन कहबो सब ने तज दीन, हे बादशाह जिहड़े ब्याकी सियाणे लोग सन उन्होंने भी सलाह देनी फिर छड़ दिती सीगी। ते कहन लगे फिर साडे देखदियां देखदियां ही गुरु ने एडा वड्डा हमला किया, सारे अखां दे सामने ही बहुत वड्डा नुकसान गुरु की फौज ने बहादरी दे नाल जंग करदियां होया कीता है। ते सतगुरां दी जिहड़ी फौज है वो तां तैयार बर, पर साडी फौज जिहड़े साडे योधे सन वो कहन लगे इस तरह लग रहा सीगा निसमय सीत समूह लगे, ते जदों रात वेले इन्हां नूं ठंड लगी शरीर ठरे हुए सन, एक तो हाथ दे विच शस्त्र नहीं सी पकड़े जा रहे, ते दूजा इस तरह चलते सन जिवें पिंगला ते लुंजा बंदा चलता है। कहन लगे उहदे तो सही तरह चलिया नहीं जाता, इस तरह पिंगलियां की तरह साडे सूरमे चल रहे सन। ते साहिब पातशाह धन गुरु हरगोबिंद साहिब जी ने दिन समय फिर बहुत वड्डा साडी बाकी बची हुई सैना ते हमला करके वड्डी जिहड़ी जित है वो छेवें पातशाह धन गुरु हरगोबिंद साहिब जी ने जंग के मैदान दे विच प्राप्त की है। और उस वेले बादशाह का एक बहुत काबुल बहुत सियाना सलाहकार कोल बैठा हुआ है, जिहड़ा कई मुसलमानों की तरह गुरु नानक साहब जी के चरणों से बहुत वड्डा भरोसा रखता है, श्रद्धालु है। और जिहड़ा पातशाह धन गुरु क्योंकि बहुत मुसलमान आम सधारण मुसलमान तक ही जिहड़े बहुत वड्डे सत्कारयोग साईं मियाँ मीर जी वर्गे सन, उन्हां दा भी बहुत वड्डा विश्वास गुरु नानक साहब जी के चरणों से और गुरु घर दे विच सिੱਖੀ दे विच सीगा। उस तरह जिहड़ा वजीर खां एक बादशाह दे कोल रहन वाला है, ये भी गुरु नानक साहब जी के घर का वड्डा श्रद्धालु है। हुण ये बादशाह के कोल बैठा है, जदों सारी खबर का पता लगा है तो उस वेले फिर कहन लगे कि सुनत वजीर खां गुर सिख कह कई बार पतियारो लीना। कहन लग्या हे बादशाह पहला भी असी ये गल करता के देख लई है, साहिब पातशाह धन गुरु नानक साहब जी का घर जिहड़ा वो बड़ा जारा है, बहुत वड्डा है। गरीब निवाज धन गुरु हरगोबिंद साहब जी नाल गुरु नानक साहब जी के घर दे नाल जिहड़ा मत्था लाउणा है ये कदे भी सानू सही नहीं पिया, हमेशा ही वड्डा जिहड़ा नुकसान होया है वार वार असी परता के देख लिया है। ते गुरु नानक देव जी का घर वड्डा करामाती है, ये नहीं समझ किन्नी को है, असल दे विच गुरु घर दे विच बरकत ही बहुत वड्डी है। करामात कामल बड़ गुर घर श्री नानक जी परम परवीन गुरु नानक देव महात्मा साधु होए हन, गुरु होए हन, उन्हां दे घर दे नाल मत्था लाउणा ठीक नहीं रहा है। ते साहिब पातशाह गुरु नानक साहब जी पीर होए हन, इत्थों तक साडे भी पीर उन्हां दे चरनां दे विच पहिलां पुराने समय दे विच झुके हन, जदों गुरु नानक साहब जी इधर उधर विचरदे रहे हन। ते कहन लगे पीरां दे पीर साहिब पातशाह धन गुरु नानक साहब जी बड़े जाहर ते अरे सुहारे सब ने चीज अड़िया वो हारिया है। ये सारियां ने ये गल पछाण, भगत नूं इस गल दा पता है।
ਵਿਚਾਰ ਕਰ ਹੀ ਰੋਚਕ ਮੈਂ ਨਹਿਮਤ ਮੈਂ ਆਵੇ ਚਾਕੀਨਾ। ਔਰ ਹੁਣ ਇਹ ਗੱਲ ਤੁਸੀਂ ਵੀ ਦੇਖ ਲਈ ਹੈ, 35,000 ਦਾ ਵੱਡਾ ਦਲ ਭੇਜਿਆ ਸੀਗਾ। ਗੁਰੂ ਘਰ ਦਾ ਤਾਂ ਬਹੁਤਾ ਵੱਡਾ ਨੁਕਸਾਨ ਨਹੀਂ ਹੋਇਆ, ਪਰ ਸਾਡੀ ਫੌਜ ਹਾਰ ਗਈ ਤੇ ਵਾਪਸ ਵੀ ਨਹੀਂ ਪਰਤੀ, ਮਾਰੀ ਵੀ ਗਈ ਹੈ। ਕਹਿਣ ਲੱਗੇ ਨਹਿ ਮਤ ਮੈਂ ਆਵੇ ਕਿਆ ਕੀਨ। ਹੁਣ ਮਤ ਦੇ ਵਿੱਚ ਸਮਝ ਨਹੀਂ ਆ ਰਹੀ ਅੱਗੇ ਹੁਣ ਕੀ ਕੀਤਾ ਜਾਵੇ। ਗੁਰੂ ਘਰ ਦੇ ਨਾਲ ਮੱਥਾ ਲਾਉਣਾ ਨਹੀਂ ਠੀਕ। ਆਪਕੋ ਹਜ਼ਰਤ ਬਾਬਰ ਤੇ ਜਿਹੜੇ ਤੁਹਾਡੇ ਵੱਡੇ ਬਾਬਰ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਵਜ਼ੀਰ ਖਾਨੇ ਵੱਡੋ ਆਪ ਕੋ ਹਜ਼ਰਤ ਬਾਬਰ ਸ਼੍ਰੀ ਨਾਨਕ ਤੇ ਬਰ ਕੋ ਪਾਏ। ਉਹਨੇ ਵੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਨਾਲ ਮੱਥਾ ਲਾਇਆ ਸੀਗਾ। ਬਾਅਦ ਵਿੱਚ ਬਾਬਰ ਵੀ ਜਿਹੜਾ ਸੀਗਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਝੁਕ ਕਿ ਜਦੋਂ ਬਾਬਰ ਨੇ ਬਹੁਤ ਵੱਡਾ ਹਮਲਾ ਕੀਤਾ ਸੀਗਾ ਤੇ ਉਸ ਵੇਲੇ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਆਖਿਆ ਸੀਗਾ ਤੇ ਬਾਬਰ ਗੁੱਸੇ ਦੇ ਵਿੱਚ ਆ ਕੇ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਵਾਰੀ ਜੇਲ੍ਹ ਦੇ ਵਿੱਚ ਬੰਦ ਵੀ ਕਰ ਦਿੱਤਾ ਸੀਗਾ। ਪਰ ਬਾਅਦ ਵਿੱਚ ਬੇਅੰਤ ਉਹਦੇ ਜਿਹੜੇ ਸਲਾਹਕਾਰ ਸਨ ਉਹਨਾਂ ਸਮਝਾਇਆ, ਹੇ ਬਾਬਰ, ਹੇ ਬਾਦਸ਼ਾਹ, ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਬੰਦ ਕਰਨਾ ਠੀਕ ਨਹੀਂ ਹੈ। ਉਹ ਪੀਰਾਂ ਦੇ ਪੀਰ ਹਨ, ਉਹਨਾਂ ਦੀ ਬਹੁਤ ਵੱਡੀ ਅਜ਼ਮਤ ਹੈ ਤੇ ਜੇਲ੍ਹ ਦੇ ਵਿੱਚ ਕਈ ਤਰ੍ਹਾਂ ਦੇ ਉਹਨਾਂ ਦੇ ਕੌਤਕ ਜਦੋਂ ਬਾਬਰ ਨੇ ਸੁਣੇ ਜਾਂ ਦੇਖੇ, ਬਾਅਦ ਵਿੱਚ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਝੁਕ ਕੇ ਵਿਦਾ ਵੀ ਕੀਤਾ। ਬਾਅਦ ਵਿੱਚ ਉਹਨਾਂ ਨੂੰ ਖੁਸ਼ ਵੀ ਕੀਤਾ ਤੇ ਉਹਨਾਂ ਤੋਂ ਵਰ ਵੀ ਪ੍ਰਾਪਤ ਕੀਤੇ ਸਨ। ਬਾਬਰ ਨੂੰ ਝੁਕਣਾ ਪਿਆ ਸੀਗਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਤੇ ਕਹਿਣ ਲੱਗੇ ਇਸ ਕਰਕੇ ਹੇ ਬਾਦਸ਼ਾਹ, ਸਾਡੇ ਜਿਹੜੇ ਵੱਡੇ ਹੋਏ ਹਨ ਬਾਬਰ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਬਾਅਦ ਵਿੱਚ ਸ਼ਰਧਾਲੂ ਬਣ ਗਏ ਸਨ। ਆਪ ਕੋ ਹਜ਼ਰਤ ਬਾਬਰ ਰਾਜ ਦਿਓ ਦਿੱਤੀ ਤੇ ਸਭ ਖਾਨਣ ਦੇ ਦੇਸ਼ ਛੁਡਾਏ। ਔਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਉਹਨਾਂ ਨੇ ਸਤਿਕਾਰ ਸਾਰਿਆਂ ਨੇ ਸਮਝਾਇਆ ਤੇ ਗੱਲ ਬਾਬਰ ਦੀ ਸਮਝ ਦੇ ਵਿੱਚ ਪਈ ਤੇ ਬਾਅਦ ਵਿੱਚ ਉਹਨੇ ਦਿੱਲੀ ਤੱਕ ਜਿਹੜਾ ਰਾਜ ਹੈ ਉਹ ਸਥਾਪਿਤ ਕਰ ਲਿਆ ਸੀਗਾ। ਗੁਰੂ ਨਾਨਕ ਸਾਹਿਬ ਜੀ ਨਾਲ ਦੁਬਾਰਾ ਮੱਥਾ ਨਹੀਂ ਲਾਇਆ ਹੈ। ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਐਡਾ ਵੱਡਾ ਜਿਹੜਾ ਰਾਜ ਹੈ ਬਾਅਦ ਵਿੱਚ ਸਥਾਪਿਤ ਹੋ ਸਕਿਆ ਸੀਗਾ। ਕਹਿਣ ਲੱਗੇ ਕਿ ਹੁਣ ਅਬ ਚਲ ਤਖਤ ਬਚਨ ਤੇ ਕੀਨਸ ਵਿਦਤ ਜਗਤ ਮੈਂ ਜਾਨੀ ਜਾਏ। ਲੋਕ ਸਾਰੇ ਇਹ ਜਾਣਦੇ ਹਨ ਕਿ ਬਾਬਰ ਗੁਰੂ ਨਾਨਕ ਸਾਹਿਬ ਸੀਗਾ। ਤੇ ਬਾਅਦ ਵਿੱਚ ਬਾਦ ਦੀ ਧਰਤੀ ਤੇ ਬਾਬਰ ਮਿਲਿਆ ਸੀਗਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਕਹਿਣ ਲੱਗੇ ਕਿ ਫਿਰ ਉਸ ਵੇਲੇ ਏਮਨਾਬਾਦ ਗੁਰੂ ਸੰਗ ਕਰ ਬੰਧਨ ਬਰ ਲੀਨ ਰਜਾਏ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਝੁਕ ਕੇ ਬੰਦਨਾ ਕੀਤੀ ਸੀਗੀ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਖੁਸ਼ ਬਾਬਰ ਨੇ ਅੱਗੇ ਝੁਕ ਕੇ ਕੀਤਾ ਸੀਗਾ। ਔਰ ਉਹਨਾਂ ਤੋਂ ਬਾਅਦ ਵਿੱਚ ਬਾਬਰ ਤੋਂ ਬਾਅਦ ਵਿੱਚ ਜਿਹੜਾ ਹਮਾਯੂ ਬਾਦਸ਼ਾਹ ਹੋਇਆ ਹੈ ਤੁਹਾਡਾ ਵੱਡਾ, ਉਹ ਵੀ ਕਈ ਵਾਰ ਸਾਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾਂਦਾ ਰਿਹਾ ਹੈ, ਆਸ਼ੀਰਵਾਦ ਪ੍ਰਾਪਤ ਕਰਦਾ ਰਿਹਾ ਹੈ। ਆਪਾਂ ਕਈ ਵਾਰੀ ਇੱਕ ਵਾਰੀ ਜਦੋਂ ਖਡੂਰ ਸਾਹਿਬ ਜੀ ਦੀ ਧਰਤੀ 'ਤੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਪੜ੍ਹਾ ਰਹੇ ਸਨ ਤੇ ਹਮਾਯੂ ਬਾਦਸ਼ਾਹ ਥੋੜ੍ਹਾ ਜਿਹਾ ਗੁੱਸੇ ਦੇ ਵਿੱਚ ਵੀ ਆ ਗਿਆ ਸੀਗਾ ਕਿ ਸਤਿਗੁਰਾਂ ਨੇ ਮੇਰੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਤੇ ਗੁਰੂ ਉਹਦਾ ਥੋੜ੍ਹਾ ਜਿਹਾ ਜਿਹੜਾ ਹੱਥ ਹੈ ਉਹ ਤਲਵਾਰ 'ਤੇ ਵੀ ਗਿਆ ਸੀਗਾ ਤੇ ਗੁਰੂ ਅੰਗਦ ਸਾਹਿਬ ਜੀ ਨੇ ਬੜੀ ਨਿਡਰਤਾ ਦੇ ਨਾਲ ਆਖਿਆ ਸੀਗਾ, ਕਹਿਣ ਲੱਗੇ ਜਿੱਥੇ ਤਲਵਾਰ ਚੱਲਣੀ ਹੈ ਉੱਥੇ ਚੱਲੀ ਨਹੀਂ ਤੇ ਫਕੀਰਾਂ ਦੇ ਘਰ ਦੇ ਵਿੱਚ ਤਲਵਾਰ ਖਿੱਚਦਾ ਹੈ। ਸਾਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਫਿਰ ਉਹ ਝੁਕਿਆ ਸੀਗਾ। ਝੁਕ ਕੇ ਔਰ ਗਰੀਬ ਨਿਵਾਜ ਸਤਿਗੁਰਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਸੀ, ਭੁੱਲ ਦੀ ਖਿਮਾ ਮੰਗੀ ਸੀਗੀ ਤੇ ਕਹਿਣ ਲੱਗੇ ਹੇ ਬਾਦਸ਼ਾਹ, ਮੈਂ ਕਿਹੜੇ ਕਿਹੜੇ ਤੁਹਾਡੇ ਵਡੇਰੇ ਦੀ ਗੱਲ। ਬਾਬਰ ਤੇ ਬਾਦਸ਼ਾਹ ਹਮਾਯੂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਝੁਕਿਆ ਸੀਗਾ। ਔਰ ਉਸ ਵੇਲੇ ਕਹਿਣ ਲੱਗੇ ਬਾਅਦ ਵਿੱਚ ਦੇ ਵਿੱਚ ਦਿੱਲੀ ਆਦਿਕ ਰਾਜ ਕਰਿਓ ਸਭ ਲਿਓ ਸਲੇਮ ਸ਼ਾਹ ਕੋ ਸ਼ੀਨ ਜੋ ਸ਼ੀਨ। ਦਿੱਲੀ ਦੇ ਵਿੱਚ
ਸਲੇਮ ਸ਼ਾਹ ਨੇ ਰਾਜ ਸਥਾਪਿਤ ਕਰ ਲਿਆ ਸੀਗਾ, ਉਹਦੇ ਤੋਂ ਹਮਾਯੂ ਨੇ ਰਾਜ ਖੋਹ ਔਰ ਇਸ ਤੋਂ ਬਾਅਦ ਸੰਤ ਵੱਡ ਅਕਬਰ ਹੋਇਸ ਸ਼੍ਰੀ ਗੁਰ ਅਮਰ ਤਿਸੇ ਬਰਦੀਨ। ਕਹਿਣ ਲੱਗਾ ਹੈ ਵਡੇਰਾ, ਕਹਿਣ ਤੋਂ ਭਾਵ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦਾ ਵੱਡਾ ਸ਼ਰਧਾਲੂ ਹੋਇਆ ਹੈ। ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਪਹੁੰਚਿਆ ਸੀਗਾ ਅਤੇ ਬੜਾ ਸਮੱਤਵਾਨ, ਬੜਾ ਸਿਆਣਾ ਬਾਦਸ਼ਾਹ ਗਿਣਿਆ ਗਿਆ ਹੈ ਅਕਬਰ ਬਾਦਸ਼ਾਹ। ਪਰ ਉਹਨੇ ਵੀ ਗੁਰੂ ਘਰ ਦੇ ਨਾਲ ਸੁਲ੍ਹਾ ਸ਼ਾਂਤੀ ਵਾਲਾ ਹਮੇਸ਼ਾ ਵਰਤਾਓ ਰੱਖਿਆ ਹੈ। ਸਮੱਤਵੰਤ ਵੱਡ ਅਕਬਰ ਹੋਇਸ ਸ਼੍ਰੀ ਗੁਰੂ ਅਮਰਦਾਸ ਤਿਸੇ ਬਰਦੀਨ ਔਰ ਦੀ ਧਰਤੀ 'ਤੇ ਗਿਆ ਅਤੇ ਸਹਿ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਪਦ ਪ੍ਰਾਪਤ ਕੀਤੇ ਅਤੇ ਕਹਿਣ ਲੱਗੇ ਇਸ ਤਰ੍ਹਾਂ ਉਹ ਵੀ ਗੁਰੂ ਘਰ ਰਹੇ ਹਨ। ਤੇ ਬਾਅਦ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਦੋਂ ਚਿਤੌੜਗੜ੍ਹ ਦਾ ਕਿਲ੍ਹਾ ਜਿੱਤਿਆ ਸੀਗਾ ਅਕਬਰ ਬਾਦਸ਼ਾਹ ਨੇ, ਤੇ ਗੁਰੂ ਅਮਰਦਾਸ ਜੀ ਦਾ ਵੱਡਾ ਆਸ਼ੀਰਵਾਦ ਪ੍ਰਾਪਤ ਹੋਣ ਕਰਕੇ ਕਈ ਜਿਹੜੇ ਇਲਾਕੇ ਸਨ ਉਹਨਾਂ ਦੀ ਜਿਹੜੀ ਜਾਗੀਰ ਹੈ ਗੁਰੂ ਘਰ ਦੇ ਨਾਮ 'ਤੇ ਵੱਡੇ ਵਡੇਰੇ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੇ ਵੇਲੇ ਲਵਾਈ ਸੀਗੀ। ਤੇ ਕਹਿਣ ਲੱਗੇ ਬਾਅਦ ਵਿੱਚ ਜਹਾਂਗੀਰ ਬਾਦਸ਼ਾਹ ਹੋਇਆ ਹੈ। ਨੂੰ ਕਈ ਤਰ੍ਹਾਂ ਦੀਆਂ ਚੁੱਕਣਾ ਦੇ ਕਰਕੇ ਕਈਆਂ ਨੇ ਭਾਵੇਂ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕਰ ਦਿੱਤਾ ਅਤੇ ਭਾਵੇਂ ਉਹਦੇ ਤੋਂ ਇੱਕ ਵੱਡਾ ਜਿਹੜਾ ਜ਼ੁਲਮ ਹੋਇਆ ਹੈ, ਪਰ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਬਾਅਦ ਵਿੱਚ ਇਸੇ ਗੁਰੂ ਦਾ ਸ਼ਰਧਾਲੂ ਵੀ ਬਣ ਕੇ ਰਿਹਾ। ਬਾਅਦ ਵਿੱਚ ਜਹਾਂਗੀਰ ਨੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਪਹਿਨ ਲਏ ਸਨ, ਪਰ ਜਹਾਂਗੀਰ ਬਾਦਸ਼ਾਹ ਨੇ ਬਾਅਦ ਵਿੱਚ ਕੋਈ ਗੁਰਾਂ ਦੇ ਨਾਲ ਜੰਗ ਨਹੀਂ ਕੀਤੀ। ਆਪਾਂ ਜਾਣਦੇ ਹਾਂ ਕਿ ਜਹਾਂਗੀਰ ਬਾਦਸ਼ਾਹ ਬਾਅਦ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਕਈ ਥਾਵਾਂ 'ਤੇ ਰਿਹਾ, ਪਰ ਕਦੇ ਵੀ ਗੁਰੂ ਸਾਹਿਬ ਜੀ ਇਹਨੇ ਹੱਲਾ ਨਹੀਂ ਕੀਤਾ, ਕਦੇ ਜੰਗ ਨਹੀਂ ਕੀਤੀ ਹੈ। ਕਹਿਣ ਲੱਗਾ ਹੇ ਸ਼ਾਹਜਹਾਨ, ਤੁਹਾਡਾ ਬਾਦਸ਼ਾਹ ਏਡੀ ਵੱਡੀ ਸ਼ਕਤੀ ਹੋਣ ਦੇ ਬਾਵਜੂਦ ਉਹਨੇ ਧੰਨ ਗੁਰੂ ਹਰਿ ਮੱਥਾ ਨਹੀਂ ਸੀ ਲਾਇਆ ਹੈ। ਤੇ ਇਸੇ ਤਰ੍ਹਾਂ ਜੋਰਤ ਹਾਥ ਹਮੇਸ਼ਾ ਹੱਥ ਜੋੜ ਕੇ ਰਹੇ, ਕਰਤਬ ਆਦਰ ਸਭ ਤੇ ਜਾਣਤ ਰਹਿਓ ਉਤੰਗ। ਸਾਰੀ ਦੁਨੀਆ ਦੇ ਵਿੱਚ ਇਹ ਪ੍ਰਸਿੱਧ ਹੈ ਕਿ ਹਮੇਸ਼ਾ ਜਿਹੜਾ ਬਾਦਸ਼ਾਹ ਹੋਇਆ ਹੈ ਉਹ ਸਤਿਗੁਰਾਂ ਦੇ ਸਾਹਮਣੇ ਕਈ ਵਾਰ ਸਮੇਂ ਦੇ ਨਾਲ ਝੁਕਿਆ ਹੈ। ਔਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਫਿਰ ਰੱਛਿਆ ਵੀ ਹੋਈ ਹੈ। ਨਿਸਭਾਵਤ ਪਿਖ ਅਜਮਤ ਨਮਰੀ ਸਰਬੰਗ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਫਿਰ ਉਹਨਾਂ ਨੇ ਰਾਜ ਭਾਗ ਦਾ ਜਿਹੜਾ ਸੁੱਖ ਹੈ ਆਨੰਦ ਪ੍ਰਾਪਤ ਕੀਤਾ ਹੈ। ਕਹਿਣ ਲੱਗੇ ਕਿ ਹੇ ਬਾਦਸ਼ਾਹ ਸਾਡੇ ਕੋਲੋਂ ਚੰਗਾ ਨਹੀਂ ਹੋਇਆ ਹੈ। 300 ਤੁਮ ਬਹੁ ਕੀਨ ਵਿਰੋਧਾ ਪੂਰਬ ਲੀਨੋ ਸ਼ੀਨ ਹੈ ਕਿ ਸਾਡੇ ਕੋਲੋਂ ਹੀ ਬਹੁਤ ਵੱਡਾ ਪਹਿਲਾਂ ਅਪਰਾਧ ਹੋਇਆ ਹੈ। ਅਸੀਂ 6ਵੇਂ ਪਾਤਸ਼ਾਹ ਜੀ ਦੀ ਭੇਟਾ ਦੇ ਵਿੱਚ ਜਿਹੜੇ ਘੋੜੇ ਆ ਰਹੇ ਸਨ ਸਾਡੇ ਅਹਿਲਕਾਰਾਂ ਨੇ ਖੋਹ ਲਏ। ਕਹਿਣ ਲੱਗੇ 300 ਤੁਮ ਕਰੀ ਬਚਨ ਕੀਤਾ। ਕਹਿਣ ਲੱਗੇ ਕਿ ਭਾਈ 300 ਤੁਮ ਬਹੁ ਕੀਨ ਵਿਰੋਧਾ ਪੂਰਬ ਲੀਨੋ ਸ਼ੀਨ ਤੁਰੰਗ, ਇਹ ਜਿਹੜੀ ਜੰਗ ਹੋਈ ਹੈ ਵੱਡਾ ਕਾਰਨ ਹੈ ਜਿਨ੍ਹਾਂ ਘੋੜਿਆਂ ਨੂੰ ਸਤਿਗੁਰਾਂ ਦੇ ਸੇਵਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਬਾਬਾ ਬਿਧੀ ਚੰਦ ਜੀ ਕਿਲ੍ਹੇ ਦੇ ਵਿੱਚੋਂ ਵਾਪਸ ਲੈ ਗਏ ਹਨ। ਲਿਆਉਣ ਵਾਸਤੇ ਬਹੁਤ ਵੱਡੀ ਫੌਜ ਭੇਜੀ ਗਈ ਹੈ ਅਤੇ ਇਹਦਾ ਸਾਡਾ ਨੁਕਸਾਨ ਹੋਇਆ ਹੈ। ਫੌਜ ਜੰਗ ਦੇ ਮੈਦਾਨ ਦੇ ਵਿੱਚ ਮਾਰੀ ਗਈ ਹੈ। ਹੇ ਬਾਦਸ਼ਾਹ, ਇਹਦੇ ਵਿੱਚ ਸਾਡਾ ਹੀ ਗੁਨਾਹ ਹੈ। ਅਸੀਂ ਗੁਰੂ ਘਰ ਦੇ ਨਾਲ ਜਿਹੜਾ ਵੈਰ ਉਹ ਕੀਤਾ। ਗੁਰੂ ਘਰ ਵਿੱਚ ਜਿਹੜੇ ਘੋੜੇ ਜਾ ਰਹੇ ਸਨ ਉਹ ਖੋਹਣੇ ਨਹੀਂ ਸੀ ਚਾਹੀਦੇ, ਔਰ ਅਸੀਂ ਸਤਿਗੁਰਾਂ ਦੇ ਉੱਪਰ ਫੌਜ 'ਤੇ ਬਹੁਤ ਵੱਡਾ ਸਾਡਾ ਫਿਰ ਨੁਕਸਾਨ ਹੋਇਆ ਹੈ। ਹੇ ਬਾਦਸ਼ਾਹ, ਗਲਤੀ ਸਾਡੇ ਕੋਲੋਂ ਹੋਈ ਹੈ, ਭੁੱਲ ਸਾਡੇ
गुरु नानक साहब जी का बहुत वड्डा घर है ते साडे सारे बादशाह सत्कार करते रहे हैं। जिहड़ा जिहड़ा झुकिया है उन्हें राज भाग भी स्थापित किया है। हे बादशाह, गुरु घर दे नाल मत्था लाउना ठीक नहीं है। बादशाह शाह वजीर खान ने बड़ी निमरता दे नाल, क्योंकि ये सलाहकार है तो बादशाह नूं सलाह दे रहा है, हे बादशाह साडी गलती है, साडी गलती का नुकसान होया है, बेनती करदा हाँ अगां तो कदे भी सानू नहीं लाना चाहिए, नहीं तो वार वार यही हशर होएगा। ये जिहड़ी वजीर खान ने बेनती की है ते बेनती सलाह सुन के बादशाह आखदा है कि अगली कार्रवाई करता है। अगले दीवाना दे विच आपां सरवण करांगे। समा समाप्त है। आप समूह संगत दा शुकराना धन्नवाद जी। कथा विचारां करदिआं हो जांदियां हन। गुरु और संगत बख्शनहार है, होईआं भुल्लां दी खिमा। आओ सरबत दे भले वास्ते आपां कुछ कुछ समा सिमरन दे विच हाज़री हाँ। सारी संगत नूं बेनती है, तंदुरुस्तियां वास्ते, चढ़दी कला वास्ते, सरबत दे भले वास्ते आओ कुछ कुछ समा रल के भावना सहित सिमरन दे विच हाज़री भरीए जी। वाहिगुरु 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 वाहिगुरु
ਵਾਹਿਗੁਰੂ 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 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। हे गोविंद हे गोपाल हे दयाल लाल प्राणनाथ अनाथ सखे दीन दर्द निवार। हे समरथ अगम पूरन मोहे अंधकूप महाभयान नानक पावे आए प्रभ शरणागति कृपा नित दयाल। एक अखर हर मन बसत नानक होत निहाल। एक अखर हर मन बसत नानक होत निहाल। वाहिगुरु जी का खालसा वाहिगुरु जी की फतेह। सिख धर्म की हर गतिविधि ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।